ਅੱਜ ਇਹਨਾਂ ਨਾਲ ਕ੍ਰਿਪਟੋ ਕਰੰਸੀ ਦੀ ਗੱਲਬਾਤ ਹੋਏਗੀ, ਇਨਵੈਸਟਮੈਂਟਸ ਦੀ ਗੱਲਬਾਤ ਚੱਲੇਗੀ ਅਤੇ ਜਿਹੜੇ ਹੋਰ ਪੋਰਟਫੋਲੀਓਜ਼ ਨੇ ਬਹੁਤ ਸਾਰੇ ਲੋਕਾਂ ਨੇ ਸਟਾਕ ਐਂਡ ਸ਼ੇਅਰ 'ਚ ਆਪਣੇ ਪੈਸੇ ਲਾਏ ਹੋਏ ਨੇ। ਗਵਰਨਮੈਂਟ ਨਹੀਂ ਇਨਵੋਲਵ, ਕੋਈ ਬੈਂਕ ਨਹੀਂ ਇਨਵੋਲਵ। ਸੋ ਇਹ ਉਸ ਦਾ ਮੇਨ ਜਿਹੜਾ ਡਿਫਰੈਂਸ ਆ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਇਹ ਟੈਕਨੋਲੋਜੀ ਬਲੌਕ ਚੇਨ ਇੱਕ ਟੈਕਨੋਲੋਜੀ ਬਣੀ ਸੀ, ਬਲੌਕ ਚੇਨ ਨੂੰ ਅੱਜ ਤੱਕ ਕਦੇ ਹੈਕ ਨਹੀਂ ਹੋਈ। ਇਹਦੀ ਪੋਟੈਂਸ਼ੀਅਲ ਹੈਗੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆਪਾਂ ਡੇ ਟੂ ਡੇ ਟ੍ਰਾਂਜੈਕਸ਼ਨਸ ਕਰਦੇ ਹਾਂ, ਜਿਵੇਂ ਕੋਈ ਬਰਗਰ ਲੈਣਾ ਜਾਂ ਉਹਨੇ ਪੇ ਕਰਨੇ ਆ, ਕਿ ਹੋ ਸਕਣਗੇ, ਪਰ ਹਜੇ ਉਹ ਇੰਨੀ ਉਹਦੀ ਪੋਪੂਲੈਰਿਟੀ ਨਹੀਂ ਹੋਈ, ਐਸਟੈਬਲਿਸ਼ਮੈਂਟ ਨਹੀਂ ਹੋਈ। ਹੁਣ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ 'ਚ ਇਨਵੈਸਟ ਕਰਨਾ ਚਾਹੁੰਦੇ ਆ, ਫਿਰ ਖਬਰਾਂ ਆ ਜਾਂਦੀਆਂ, ਡਰ ਜਾਂਦੇ ਆ। ਫਿਰ ਕੁਛ ਲੋਕ ਨਵੀਂ ਜਾਣਕਾਰੀ ਲੈ ਕੇ ਕੁਛ ਇਸ ਕਿਸਮ ਦਾ ਇਹ ਇਨਵੈਸਟਮੈਂਟ ਦਾ ਸਿਸਟਮ ਹੈ। ਕਈ ਤਾਂ ਕਹਿੰਦੇ ਵੀ ਸਕੈਮ ਆ, ਬਚ ਕੇ ਰਹੋ। ਕਈ ਕਹਿੰਦੇ ਆ ਕਿ ਪੈਸੇ ਜੇ ਬਣਨੇ ਆ ਹੁਣ ਰੀਅਲ ਸਟੇਟ ਤੋਂ ਬਾਅਦ ਤਾਂ ਕ੍ਰਿਪਟੋ ਕਰੰਸੀ 'ਚ ਬਣਨੇ ਆ। ਅਸਲੀਅਤ ਕੀ ਆ? ਸੋ ਇਸ ਟਾਈਮ 'ਤੇ ਪ੍ਰਾਈਸਿਸ ਦਾ ਥੱਲੇ ਆਉਣਾ ਬਣਦਾ, ਕਿਉਂਕਿ ਜੇ ਪ੍ਰਾਈਸਿਸ ਥੱਲੇ ਨਹੀਂ ਆਉਣਗੀਆਂ ਤਾਂ ਇਨਫਲੇਸ਼ਨ ਨਹੀਂ ਥੱਲੇ ਆਊਗੀ। ਇਨਫਲੇਸ਼ਨ ਥੱਲੇ ਨਹੀਂ ਆਊਗੀ ਤਾਂ ਉਹ ਇੰਟਰਸਟ ਰੇਟ ਹੋਰ ਰੇਜ਼ ਕਰੀ ਜਾਣਗੇ ਜਿੰਨਾ ਚਿਰ ਨਹੀਂ ਆਉਂਦੀ। ਸੋ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਕੋਨਮੀ ਬਿਲਕੁਲ ਕੋਲੈਪਸ ਹੋ ਜੂ, ਕਿਉਂਕਿ ਸੈਂਟਰਲ ਬੈਂਕਸ ਦੇ ਦੋ ਮੇਨ ਕੰਮ ਹੁੰਦੇ ਆ, ਮੇਨ ਜਿਹੜੇ ਉਹਨਾਂ ਦੇ ਫੰਕਸ਼ਨਸ ਹੁੰਦੇ। ਇੱਕ ਤਾਂ ਉਹਨਾਂ ਨੇ ਇਨਫਲੇਸ਼ਨ ਨੂੰ ਕੰਟਰੋਲ ਰੱਖਣਾ, ਦੂਜਾ ਉਹਨਾਂ ਨੇ ਇੰਪਲੋਇਮੈਂਟ ਨੂੰ ਕੰਟਰੋਲ ਰੱਖਣਾ। ਹੁਣ ਜਿਹਨਾਂ ਲੋਕਾਂ ਨੇ ਪਿਛਲੇ ਬੂਮ ਦੇ ਵਿੱਚ ਪੈਸੇ ਬਣਾਏ ਨੇ, ਹੁਣ ਉਹ ਕਹਾਂ ਰੀਅਲ ਸਟੇਟ 'ਚ ਇਨਵੈਸਟ ਕਰਨ ਨੂੰ ਤਿਆਰ ਨਹੀਂ, ਕਿਉਂਕਿ ਇੰਟਰਸਟ ਰੇਟ ਵੱਧ ਗਏ ਜਾਂ ਕਈ ਹੋਰ ਕਾਰਨ ਨੇ। ਕਿੱਥੇ ਪੈਸੇ ਲਾਉਣ? ਲਾਈਕ ਬਿਟਕੋਇਨ ਖਰੀਦਣ ਜਾਂ ਕਿ ਸੋਨਾ ਖਰੀਦ ਕੇ ਰੱਖ ਲੈਣ ਜਾਂ ਕੋਈ ਹੋਰ ਕਿਸੇ ਕਿਸਮ ਦੀ ਇਨਵੈਸਟਮੈਂਟ ਕਰਨ। ਕਈ ਕਹਿੰਦੇ ਐਪਲ ਦੇ ਸ਼ੇਅਰ ਖਰੀਦ ਲਓ, ਕੋਈ ਕਹਿੰਦਾ ਸੀਗਰਮਸ ਦੇ ਸ਼ੇਅਰ ਖਰੀਦ ਲਓ। ਲਾਈਕ ਕਿੱਥੇ ਪੈਸੇ ਲਾਉਣ? ਬੈਸਟ ਤਰੀਕਾ ਸੇਫ, ਜਿਹਦੇ 'ਚ ਪੈਸੇ ਵੀ ਬਣਨ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋ ਵਿੱਚ। ਰੋਇਲ ਬੈਂਕ ਦੇ ਜਿਹੜੇ ਸੀਨੀਅਰ ਪੋਰਟਫੋਲੀਓ ਮੈਨੇਜਰ ਨੇ ਹਰਪ ਢਿੱਲੋਂ, ਉਹ ਗੱਲਬਾਤ ਕਰਨਗੇ। ਹਰਪ ਢਿੱਲੋਂ ਉਹ ਯੰਗ ਮੈਨ ਆ ਜਿਨ੍ਹਾਂ ਨੇ ਰੋਇਲ ਬੈਂਕ ਦੇ ਵਿੱਚ ਕੰਮ ਕਰਦਿਆਂ ਹੋਇਆਂ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੇਜਰ ਇਨਵੈਸਟਮੈਂਟਸ ਕਰਵਾਈਆਂ ਨੇ। ਔਰ ਇਸ ਦੇ ਸੰਬੰਧ ਵਿੱਚ ਸਟਾਕ ਐਂਡ ਸ਼ੇਅਰ ਮਾਰਕੀਟ ਕਿਵੇਂ ਚੱਲਦੀ ਆ ਅਤੇ ਕ੍ਰਿਪਟੋ ਕਰੰਸੀ ਦੇ ਬਾਰੇ ਜ਼ਿਕਰ ਹੋ ਰਿਹਾ। ਅਸੀਂ ਉਹਨਾਂ ਨੂੰ ਬੁਲਾਇਆ ਕਿ ਇਸ ਆਰਥਿਕ ਮੰਦਵਾੜੇ ਦੇ ਜਦੋਂ ਲੋਕ ਇੰਤਜ਼ਾਰ ਕਰ ਰਹੇ ਨੇ ਜਾਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ, ਕਿਆਸਰਾਈਆਂ ਲੱਗ ਰਹੀਆਂ ਕਿ ਹੋ ਸਕਦਾ ਅਸੀਂ ਰਿਸੈਸ਼ਨ ਨੂੰ ਹਿੱਟ ਕਰੀਏ ਜਾਂ ਰਿਸੈਸ਼ਨ ਸਾਨੂੰ ਹਿੱਟ ਕਰੇ, ਤਾਂ ਇਸ ਵੇਲੇ ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ। ਜੇ ਕਿਸੇ ਕੋਲ ਪੈਸੇ ਹੈਗੇ, ਲੋਕਾਂ ਕੋਲ ਪੈਸੇ ਹੈਗੇ ਆ ਜ਼ਰੂਰ, ਪਰ ਲੋਕ ਹੁਣ ਮੌਜੂਦਾ ਹਾਲਾਤ ਦੇਖਦੇ ਹੋਏ ਜਿਹੜੇ ਉਹ ਪੈਸਿਆਂ ਨੂੰ ਦੱਬੀ ਬੈਠੇ ਆ, ਔਰ ਪੈਸੇ ਨੂੰ ਪੈਸਾ ਕਮਾਵੇ ਔਰ ਕਿਵੇਂ ਗੱਲਬਾਤ ਹੋ ਸਕਦੀ ਹੈ ਅਗਲੀ। ਸੋ ਅੱਜ ਇਹਨਾਂ ਨਾਲ ਕ੍ਰਿਪਟੋ ਕਰੰਸੀ ਦੀ ਗੱਲਬਾਤ ਹੋਏਗੀ, ਇਨਵੈਸਟਮੈਂਟਸ ਦੀ ਗੱਲਬਾਤ ਚੱਲੇਗੀ ਅਤੇ ਜਿਹੜੇ ਹੋਰ ਪੋਰਟਫੋਲੀਓਜ਼ ਨੇ ਬਹੁਤ ਸਾਰੇ ਲੋਕਾਂ ਨੇ ਸਟਾਕ ਐਂਡ ਸ਼ੇਅਰ 'ਚ ਆਪਣੇ ਪੈਸੇ ਲਾਏ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਅੱਜ ਕੱਲ੍ਹ ਕਈ ਲੋਕ ਜਿਹੜੇ ਆ ਉਹਨਾਂ ਦੀ ਨੀਂਦ ਖਰਾਬ ਹੋ ਜਾਂਦੀ ਆ, ਬਹੁਤ ਤੜਕੇ ਉੱਠ ਖੜ੍ਹਦੇ ਆ। ਸੋ ਸਟੇਬਿਲਿਟੀ ਹੈ ਇਸ ਦੇ ਵਿੱਚ। ਕਿਸ ਕਿਸਮ ਦੀ ਇਨਵੈਸਟਮੈਂਟ ਹੈ ਕਿ ਤੁਸੀਂ ਇਨਵੈਸਟਮੈਂਟ ਕਰਕੇ ਵੀ ਸਿਰਹਾਣੇ ਥੱਲੇ ਬਾਂਹ ਦੇ ਕੇ ਸੌਂ ਸਕਦੇ ਹੋ। ਸਾਡੇ ਭਾਈਚਾਰੇ ਦੇ ਵਿੱਚ ਰੀਅਲ ਸਟੇਟ ਬਾਰੇ ਬਹੁਤਾ ਪਤਾ ਸੀ, ਪਰ ਹੁਣ ਹੋਰ ਬਹੁਤ ਸਾਰੇ ਵਹੀਕਲਸ ਨੇ ਜਿਨ੍ਹਾਂ ਦੇ ਉੱਤੇ ਚੜ੍ਹ ਕੇ ਤੁਸੀਂ ਇਹ ਆਪਣਾ ਆਰਥਿਕ ਸਫ਼ਰ ਕਰ ਸਕਦੇ ਹੋ। ਹਰਪ ਢਿੱਲੋਂ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਹਾਂਜੀ, ਥੈਂਕ ਯੂ ਵੈਰੀ ਮਚ। ਪਹਿਲਾਂ ਤਾਂ ਮੈਨੂੰ ਇਹ ਦੱਸੋ ਬਈ ਕ੍ਰਿਪਟੋ ਕਰੰਸੀ ਕੀ ਆ? ਹੁਣ ਜਦ ਤੋਂ ਕ੍ਰਿਪਟੋ ਕਰੰਸੀ ਦਾ ਬੋਲਬਾਲਾ ਹੋਇਆ, ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ 'ਚ ਇਨਵੈਸਟ ਕਰਨਾ ਚਾਹੁੰਦੇ ਆ, ਫਿਰ ਖਬਰਾਂ ਆ ਜਾਂਦੀਆਂ, ਡਰ ਜਾਂਦੇ ਆ। ਫਿਰ ਕੁਛ ਲੋਕ ਨਵੀਂ ਜਾਣਕਾਰੀ ਲੈ ਕੇ ਕੁਛ ਇਸ ਕਿਸਮ ਦਾ ਇਹ ਇਨਵੈਸਟਮੈਂਟ ਦਾ ਸਿਸਟਮ ਹੈ। ਕਈ ਤਾਂ ਕਹਿੰਦੇ ਵੀ ਸਕੈਮ ਆ, ਬਚ ਕੇ ਰਹੋ। ਕਈ ਕਹਿੰਦੇ ਆ ਕਿ ਪੈਸੇ ਜੇ ਬਣਨੇ ਆ ਹੁਣ ਰੀਅਲ ਸਟੇਟ ਤੋਂ ਬਾਅਦ ਤਾਂ ਕ੍ਰਿਪਟੋ ਕਰੰਸੀ 'ਚ ਬਣਨੇ ਆ। ਅਸਲੀਅਤ ਕੀ ਆ? ਹਾਂਜੀ, ਕ੍ਰਿਪਟੋ ਕਰੰਸੀ ਇਨ ਡਿਜੀਟਲ ਕਰੰਸੀ ਆ, ਇੱਕ ਨਵੀਂ ਜਿਹੜੀ ਚੀਜ਼ ਆ। ਜਿਹੜੇ ਉਸ ਦੇ ਸਪੋਰਟਰਸ ਨੇ, ਜਿੱਦਾਂ ਤੁਸੀਂ ਕਿਹਾ, ਉਹ ਕਹਿੰਦੇ ਆ ਵੀ ਆਉਣ ਵਾਲੇ ਨਵੇਂ ਜ਼ਮਾਨੇ ਦੀ ਇਹ ਕਰੰਸੀ ਆ, ਅਤੇ ਜਿਹੜੇ ਉਸ ਦੇ ਖਿਲਾਫ ਨੇ ਜਾਂ ਜਿਹੜੇ ਉਸ ਨੂੰ ਬਾਏ ਨਹੀਂ ਕਰ ਰਹੇ, ਉਹ ਕਹਿੰਦੇ ਆ ਕਿ ਇਹ ਇੱਕ ਸਪੈਕੂਲੇਟਿਵ ਫਿਨੋਮੀਨਾ। ਪਰ ਅਸਲ ਦੇ ਵਿੱਚ ਇਹ ਹੈ ਕੀ ਆ? ਇਹ ਇੱਕ ਡੀਸੈਂਟਰਲਾਈਜ਼ਡ, ਕਿਉਂਕਿ ਅੱਜ ਦਾ ਜਿਹੜਾ ਆਪਣਾ ਫਾਈਨੈਂਸ਼ੀਅਲ ਜ਼ਮਾਨਾ ਜਿਹਦੇ ਵਿੱਚ ਆਪਾਂ ਚੱਲ ਰਹੇ ਹਾਂ ਜੀ, ਉਸ ਦੇ ਵਿੱਚ ਸੈਂਟਰਲਾਈਜ਼ਡ ਲੈਜਰਸ ਹੁੰਦੇ ਆ। ਹਰ ਇੱਕ ਕੰਟਰੀ ਦੀ ਕਰੰਸੀ ਕੰਟਰੋਲ ਕੀਤੀ ਹੋਈ ਆ ਉਸ ਕੰਟਰੀ ਨੇ।
ਬੈਂਕਸ ਦੇ ਰਾਹੀਂ ਫੈਸਿਲਿਟੇਟ ਹੁੰਦੇ ਨੇ ਟ੍ਰਾਂਜੈਕਸ਼ਨ। ਜੇ ਹੁਣ ਮੈਂ ਤੁਹਾਨੂੰ ਪੈਸੇ ਦੇਣੇ ਆ ਜਾਂ ਤੁਹਾਤੋਂ ਲੈਣੇ ਆ, ਤੁਹਾਨੂੰ ਮੈਨੂੰ ਉਹ ਬੈਂਕ ਅਕਾਊਂਟ ਦੇ ਰਾਹੀਂ ਹੀ ਜਾਣਾ ਪੈਣਾ ਤੁਹਾਨੂੰ ਪੈਸੇ ਦੇਣ ਲਈ majority of the transactions। ਜਿਹੜੀ ਇਹ ਡਿਜੀਟਲ ਵਰਲਡ ਦੇ ਵਿੱਚ ਤੁਸੀਂ ਡਾਇਰੈਕਟਲੀ ਇੱਕ ਦੂਸਰੇ ਨਾਲ ਗੱਲ ਕਰ ਸਕਦੇ ਹੋ, ਉਸ ਦੇ ਵਿੱਚ ਕੋਈ ਗਵਰਨਮੈਂਟ ਨਹੀਂ ਇਨਵੋਲਵ, ਕੋਈ ਬੈਂਕ ਨਹੀਂ ਇਨਵੋਲਵ। ਸੋ ਇਹ ਉਸ ਦਾ ਮੇਨ ਜਿਹੜਾ ਡਿਫਰੈਂਸ ਆ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਇਹ ਟੈਕਨੋਲੋਜੀ ਬਲੌਕ ਚੇਨ ਇੱਕ ਟੈਕਨੋਲੋਜੀ ਬਣੀ ਸੀ, ਬਲੌਕ ਚੇਨ ਨੂੰ ਅੱਜ ਤੱਕ ਕਦੇ ਹੈਕ ਨਹੀਂ ਹੋਈ, ਕਿਉਂਕਿ ਉਹ ਇੱਕ ਉਹ ਨੈਟਵਰਕ ਆ, ਬਹੁਤ ਪਾਵਰਫੁਲ ਕੰਪਿਊਟਰਸ ਦੇ ਰਾਹੀਂ ਕ੍ਰੀਏਟ ਕੀਤਾ ਹੋਇਆ ਇਹ ਨੈਟਵਰਕ ਆ। ਅਤੇ ਉਹ ਨੈਟਵਰਕ ਦੇ ਵਿੱਚ ਕਿਸੇ ਹੋਰ ਦਾ ਲੈਣਾ ਦੇਣਾ ਨਹੀਂ, ਬੋਰਡਰਲੈਸ ਸਿਸਟਮ ਹੈ ਇੱਕ। ਕਿਉਂਕਿ ਤੁਸੀਂ ਇੱਥੋਂ ਇੰਡੀਆ ਨੂੰ ਟ੍ਰਾਂਜੈਕਸ਼ਨ ਕਰਨੇ ਆ, ਉਹ ਕਿਸੇ ਕੰਟਰੀ ਨੂੰ ਕਰਨੇ ਆ, ਤੁਸੀਂ ਸਿੱਧੇ ਕਰ ਲੈਂਦੇ ਹੋ ਅਤੇ ਉਸ ਦੇ ਵਿੱਚ ਕੋਈ ਐਕਸਚੇਂਜ ਨਹੀਂ। ਸੋ ਇਹੋ ਜਿਹੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਫਿਰ ਉਹ ਪੈਸੇ ਰੱਖੇ ਕਿੱਥੇ ਜਾਂਦੇ ਆ ਡਿਜੀਟਲੀ। ਹਾਂਜੀ, ਇਹ ਬਹੁਤ ਵੱਡਾ ਫਰਕ ਆ ਇਸ ਦੇ ਵਿੱਚ ਨਾ। ਜਿੱਦਾਂ ਤੁਸੀਂ ਜਿਹੜੀਆਂ ਕਰੰਸੀਜ਼ ਪਹਿਲਾਂ ਹੁੰਦੀਆਂ ਸੀ ਜਾਂ ਗੋਲਡ ਹੁੰਦਾ ਸੀਗਾ, ਉਹ ਚੀਜ਼ਾਂ ਤੁਸੀਂ ਆਪਣਾ ਫਿਜ਼ੀਕਲ ਪੋਜੈਸ਼ਨ ਲੈ ਲੈਂਦੇ ਸੀ। ਇਹ ਸਿਰਫ ਡਿਜੀਟਲ ਹੀ ਆ, ਇਹ ਸਿਰਫ ਕੰਪਿਊਟਰਾਈਜ਼ਡ ਸਿਸਟਮ ਦੇ ਉੱਤੇ ਹੀ ਤੁਹਾਡੇ ਉਸ ਨੂੰ ਆਪਣਾ ਅਕਾਊਂਟ ਸਮਝ ਲਓ ਕਿ ਅਕਾਊਂਟ ਦੇ ਵਿੱਚ ਤੁਹਾਡੇ ਹੈਗੇ ਨੇ। ਇਹ ਨਹੀਂ ਗਾ ਕਿ ਉਹ ਸੇਫ ਨੇ, ਇਹ ਨਹੀਂ ਗਾ ਕਿ ਸੇਫ ਨਹੀਂ ਹੈਗੇ, ਪਰ ਉਹ ਉਸ ਦੇ ਵਿੱਚ ਤੁਹਾਡੀ ਇੱਕ 64 ਡਿਜਿਟ ਕੀ ਆ, ਜਿਵੇਂ ਪਾਸਵਰਡ ਸਮਝ ਲਓ, ਅਤੇ ਉਸ ਦੇ ਰਾਹੀਂ ਤੁਸੀਂ ਐਕਸੈਸ ਕਰਨੇ ਆ। 64 ਡਿਜਿਟ। ਹਾਂਜੀ ਹਾਂਜੀ, ਪਰ ਉਸ ਨੂੰ ਹੁਣ ਅੱਜ ਕੱਲ੍ਹ ਇਹਨਾਂ ਨੇ ਨਵੀਆਂ ਟੈਕਨੋਲੋਜੀਜ਼ ਆ ਗਈਆਂ ਜਿਹੜੀਆਂ ਕੰਪਿਊਟਰਾਈਜ਼ ਤੁਹਾਡੇ ਫੇਸ ਦੇ ਨਾਲ ਜਾਂ ਹੋਰ ਰੈਕਗਨੀਸ਼ਨ ਕਰਕੇ ਤੁਹਾਨੂੰ ਐਕਸੈਸ ਮਿਲ ਜਾਂਦੇ ਨੇ। ਨਹੀਂ, ਕਿਉਂਕਿ ਸਧਾਰਨ ਲੋਕਾਂ ਦੀ ਗੱਲ ਸਮਝ ਨਹੀਂ ਆ ਰਹੀ। ਦੇਖੋ, ਪਹਿਲਾਂ ਤਾਂ ਮੇਰੇ ਕੋਲ ਪੈਸੇ ਜਿਹੜੇ ਹੈਗੇ ਆ, ਹਾਂਜੀ, ਜਾਂ ਤਾਂ ਮੇਰੇ ਕੋਲ ਹੁਣ ਲੂਨੀ ਆ, ਟਿਊਨੀ ਆ, ਮੇਰੇ ਹੱਥ 'ਚ ਆ, ਮੈਨੂੰ ਪਤਾ ਮੇਰੀ ਜੇਬ 'ਚ ਆ ਮੇਰੇ ਪੈਸੇ ਆ। ਉਹ ਹਾਂਜੀ, ਜਿਹੜੇ ਬਿਲਸ ਨੇ, ਨੋਟ ਨੇ, 50 ਦੇ, 20 ਦੇ, 100 ਦੇ, ਉਹ ਜਦੋਂ ਮੇਰੀ ਜੇਬ 'ਚ ਨੇ, ਮੇਰੇ ਬਟੂਏ 'ਚ ਨੇ, ਜਦੋਂ ਮੈਂ ਮਰਜ਼ੀ ਕੱਢ ਕੇ ਖਰਚ ਸਕਦਾ, ਰਾਈਟ। ਜਾਂ ਫਿਰ ਜ਼ਿਆਦਾ ਨੇ ਮੈਂ ਬੈਂਕ 'ਚ ਰੱਖ ਦਿੰਦਾ, ਬੈਂਕ 'ਚੋਂ ਮੈਂ ਕਢਵਾ ਲਵਾਂ, ਮੈਂ ਟਰਾਂਸਫਰ ਕਰ ਦੇਵਾਂ, ਮੈਂ ਜੋ ਮਰਜ਼ੀ ਕਰਾਂ। ਉਹਨਾਂ ਨੂੰ ਮੈਂ ਇੰਸਟਰਕਸ਼ਨ ਦਿੰਦਾ, ਉਹ ਮੇਰੇ ਪੈਸੇ ਜਿਹੜੇ ਆ ਉਸੇ ਤਰੀਕੇ ਨਾਲ ਉਹ ਕੱਢ ਦਿੰਦੇ ਆ, ਭੇਜ ਦਿੰਦੇ ਆ। ਹਾਂਜੀ, ਹੁਣ ਜਿਹੜੀ ਇਹ ਕਰੰਸੀ ਆ, ਕ੍ਰਿਪਟੋ ਕਰੰਸੀ ਆ, ਹਾਂਜੀ, ਇਹ ਤੁਸੀਂ ਕਹਿੰਦੇ ਹੋ ਵੀ ਕੰਪਿਊਟਰ 'ਚ ਪਈ ਰਹਿਣੀ ਆ। ਹਾਂਜੀ, ਪੈਸੇ ਦੇ ਕੇ ਮੈਂ ਖਰੀਦੂੰਗਾ ਇਹਨੂੰ ਕਿ ਨਹੀਂ? ਨਹੀਂ ਹਾਂਜੀ, ਜੇ ਤੁਸੀਂ ਪੈਸੇ ਜਿਹੜੇ ਤੁਹਾਡੇ ਉਹ ਕਨਵਰਟ ਹੋ ਜਾਂਦੇ, ਜਿਹੜੇ ਤੁਸੀਂ ਫਿਜ਼ੀਕਲ ਕਰੰਸੀ ਆ ਨਾ, ਜਿਵੇਂ ਹੁਣ ਤੁਸੀਂ ਅੱਜ ਕੱਲ੍ਹ ਵੀਜ਼ੇ ਵਾਲੇ, ਮਾਸਟਰ ਕਾਰਡ ਵਾਲੇ ਵੀ ਤੁਹਾਨੂੰ ਅਲਾਓ ਕਰਦੇ ਕਿ ਤੁਸੀਂ ਆਪਣੇ ਪੈਸੇ ਯੂਜ਼ ਕਰਕੇ ਕ੍ਰਿਪਟੋ ਲੈ ਸਕਦੇ ਹੋ। ਸੋ ਪਰ ਉਹ ਹੋਣੇ ਟ੍ਰਾਂਜੈਕਸ਼ਨਸ ਜਿਹੜੇ ਹੋਣੇ ਆ ਉਹ ਡਿਜੀਟਲ ਹੀ ਹੋਣੇ ਆ, ਇਹ ਡਿਜੀਟਲ। ਸੋ ਮੇਰੇ ਫਰਜ਼ ਕਰੋ ਮੇਰੀ ਈਮੇਲ ਆ, ਹਾਂਜੀ, ਮੇਰੇ ਕੰਪਿਊਟਰ 'ਚ, ਉਹ ਮੇਰੇ ਈਮੇਲ 'ਚ ਪਾ ਦੇਣਗੇ ਜਾਂ ਕੋਈ ਉਹਦੇ ਵੱਖਰੇ ਅਕਾਊਂਟ? ਹਾਂਜੀ, ਜਿਵੇਂ ਹੁਣ ਤੁਹਾਡੇ ਬੈਂਕ ਦੇ ਵਿੱਚ ਤੁਸੀਂ ਮੈਨੂੰ ਕਹਿੰਦੇ ਹੋ ਕਿ $1000 ਮੇਰੇ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰ ਦਿਓ, ਉਹ ਤੁਹਾਡੇ ਅਕਾਊਂਟ ਦੇ ਵਿੱਚ ਪਏ ਨੇ, ਤੁਹਾਨੂੰ ਪਤਾ, ਤੁਹਾਨੂੰ ਪਾਸਵਰਡ ਵਗੈਰਾ ਤੁਸੀਂ ਯੂਜ਼ ਕਰਕੇ ਕੱਢ ਸਕਦੇ ਹੋ। ਉਸੇ ਤਰ੍ਹਾਂ ਹੀ ਤੁਹਾਡੀ ਇਹ ਡਿਜੀਟਲ ਜਿਹੜੀ ਕਰੰਸੀਜ਼ ਨੇ ਉਸੇ ਤਰ੍ਹਾਂ ਹੀ ਹੋ ਸਕਦੀਆਂ ਨੇ। ਪਰ ਦੂਸਰੀ ਗੱਲ ਇਹ ਵੀ ਜਾਣਨ ਦੀ ਲੋੜ ਹੈ, ਬਹੁਤ ਤਰ੍ਹਾਂ ਦੀਆਂ ਡਿਜੀਟਲ ਕਰੰਸੀਜ਼ ਨੇ। ਜਿਹੜੀ ਬਿਟਕੋਇਨ ਆ ਉਹ ਸਭ ਤੋਂ ਮੇਨ ਕਰੰਸੀ ਆ, ਪਰ ਹੁਣ ਅੱਜ ਕੱਲ੍ਹ ਜਦੋਂ ਬਿਟਕੋਇਨ ਆਈ ਸੀ ਨਾ, ਪਹਿਲਾਂ ਜਦੋਂ ਬਣੀ ਸੀ, 13 ਸਾਲ ਹੀ ਹੋਏ ਨੇ ਹਜੇ, ਜ਼ਿਆਦਾ ਕੋਈ ਇਹਦੀ ਹਿਸਟਰੀ ਇੰਨੀ ਜ਼ਿਆਦਾ। ਸਰੀ 'ਚ ATM ਲੱਗਿਆ ਹੋਇਆ ਸੀ ਬਿਟਕੋਇਨ ਦਾ? ਹਾਂਜੀ ਹਾਂਜੀ, ਲੱਗਦੇ ਆ। ਹਾਂਜੀ, ਫਰੇਜ਼ਰ ਹਾਈਵੇ 'ਤੇ। ਹਾਂਜੀ, ਹੋਰ ਵੀ ਕੰਟਰੀਆਂ ਦੇ ਵਿੱਚ ਕਾਫੀ ਉਹ ATM ਵਗੈਰਾ ਸ਼ੁਰੂ ਹੋਏ ਨੇ। ਸੋ ਉਹ ਬਿਟਕੋਇਨ ਤੋਂ ਪਹਿਲਾਂ ਸ਼ੁਰੂ ਹੋਇਆ ਸੀ, ਪਰ ਹੁਣ ਸੋ ਉਹਦਾ ਇਹ ਸੀ ਕਿ ਸਕਾਰਸਿਟੀ ਦਾ, ਜਿਵੇਂ ਵੀ ਗੋਲਡ ਆ ਨਾ, ਗੋਲਡ ਦੇयर ਇਜ਼ ਓਨਲੀ ਸੋ ਮਚ ਗੋਲਡ, ਤੁਸੀਂ ਉਹਦੇ ਕਰਕੇ ਉਹਦੀ ਪ੍ਰਾਈਸ ਜਿਹੜੀ ਡਿਮਾਂਡ ਜਿੰਨੀ ਵਧੀ ਜਾਂਦੀ ਆ, ਗੋਲਡ ਦੀ ਪ੍ਰਾਈਸ ਵਧੀ ਜਾਂਦੀ ਆ। ਜਿਹੜਾ ਬਿਟਕੋਇਨ ਆ ਉਹਦੀ ਵੀ ਲਿਮਿਟਿਡ ਕੁਆਂਟਿਟੀ ਹੈਗੀ ਆ, 21 ਮਿਲੀਅਨ ਕੋਇਨਸ ਜਿਹੜੇ। ਐਕਚੁਅਲੀ ਕੋਈ ਕੋਇਨ ਹੈਗਾ? ਨਹੀਂ, ਐਕਚੁਅਲ ਕੋਇਨ ਨਹੀਂ, ਉਹ ਡਿਜੀਟਲੀ ਨੇ। ਅੱਛਾ, ਹਾਂਜੀ ਹਾਂਜੀ, ਸੋ ਉਹਨੂੰ ਬਿਟਕੋਇਨ ਕਹਿੰਦੇ ਆ। ਹਾਂਜੀ, ਉਹ ਜਿਹੜੀ ਕਰੰਸੀ ਉਹਨੂੰ ਬਿਟਕੋਇਨ ਕਹਿੰਦੇ ਆ। ਪਰ ਹੁਣ ਜਿਹੜੀਆਂ ਮੇਨ ਕਰੰਸੀਜ਼ ਨੇ 8000 ਤੋਂ ਜ਼ਿਆਦਾ ਨਹੀਂ, ਪਰ ਉੱਦਾਂ ਤਾਂ ਹੁਣ ਜਿਹੜੀਆਂ ਨਵੀਆਂ ਹੋਰ ਸ਼ੁਰੂ ਹੋਈਆਂ ਨੇ 19000 ਤੋਂ ਜ਼ਿਆਦਾ ਨੇ। ਬਹੁਤ ਤਰ੍ਹਾਂ ਦੀਆਂ ਕਰੰਸੀਜ਼ ਡਿਜੀਟਲ ਬਣ ਰਹੀਆਂ ਨੇ, ਪਰ ਬਿਟਕੋਇਨ ਜਿਹੜੀ ਹਜੇ ਸਭ ਤੋਂ ਜ਼ਿਆਦਾ ਜਿਹੜੀ ਪਾਪੂਲਰ ਜਾਂ ਡਿਮਾਂਡ ਦੇ ਵਿੱਚ ਜਾਂ ਬਹੁਤ ਜ਼ਿਆਦਾ ਐਸਟੈਬਲਿਸ਼ਡ ਜਿਹੜੀ ਹੈਗੀ ਆ, ਉਹੀ ਕਰੰਸੀ ਆ। ਸੋ ਵੈਸੇ ਵੀ ਕਰੰਸੀਜ਼ ਦੇ ਵਿੱਚ ਹੁਣ ਕੈਨੇਡੀਅਨ ਡਾਲਰ ਆ, ਅਮਰੀਕਨ ਡਾਲਰ ਆ, ਪੋਰਚੁਗੀਜ਼ ਯੂਰੋ ਆ, ਜਾਂ ਹੋਰ ਬ੍ਰਿਟਿਸ਼ ਪਾਊਂਡ ਆ। ਹੁਣ ਇਹ ਵੀ ਤਾਂ ਵੱਖ-ਵੱਖ ਕਰੰਸੀਆਂ ਹੀ ਨੇ। ਹਾਂਜੀ, ਉਹ ਵੱਖ-ਵੱਖ ਨੇ, ਪਰ ਉਹ ਜਿਹੜੀ ਮੇਨ ਗੱਲ ਮੈਂ ਕੀਤੀ ਸੀ ਨਾ, ਉਹ ਸੈਂਟਰਲਾਈਜ਼ਡ ਨੇ। ਉਹ ਕੰਟਰੀਜ਼ ਉਹਨਾਂ ਨੂੰ ਕੰਟਰੋਲ ਕਰਦੀਆਂ ਨੇ। ਇਹ ਡੀਸੈਂਟਰਲਾਈਜ਼ਡ ਆ, ਇਹ ਬੋਰਡਰਲੈਸ ਆ। ਇਹਦੇ ਵਿੱਚ ਤੁਹਾਨੂੰ ਜੇ ਕੋਈ ਮੈਨੀਪੂਲੇਸ਼ਨ ਕਰਨ ਦਾ ਜਾਂ ਕੋਈ ਪੋਲੀਟੀਕਲ ਏਜੰਡੇਜ਼ ਦੇ ਨਾਲ ਉਸ ਨੂੰ ਕਰੰਸੀਜ਼ ਨੂੰ ਚੇਂਜ ਕਰਨ ਦਾ ਕੋਈ ਚਾਂਸ ਨਹੀਂ ਹੈਗੇ। ਇਸ ਤਰ੍ਹਾਂ ਇਸ ਦੀ ਇੱਕ ਖੂਬੀ ਮੰਨੀ ਜਾਂਦੀ ਹੈ। ਹੁਣ ਇੰਡੀਆ ਦੇ ਵਿੱਚ ਰਾਤੋਂ ਰਾਤ ਪ੍ਰਧਾਨ ਮੰਤਰੀ ਮੋਦੀ ਨੇ 500 ਰੁਪਏ ਦਾ ਨੋਟ ਖਤਮ ਕਰਤਾ ਸੀ।
ਹਾਂਜੀ ਜੇ ਉਹ ਪੈਸੇ ਬਿਟਕੋਇਨ 'ਚ ਪਏ ਹੁੰਦੇ ਹਾਂਜੀ ਉਹਦੇ 'ਤੇ ਪ੍ਰਭਾਵ ਨਹੀਂ ਸੀ ਪੈਣਾ। ਨਹੀਂ ਹਾਂਜੀ ਇਸੇ ਕਰਕੇ ਇੰਡੀਆ ਦੇ ਵਿੱਚ ਉਸ ਦੀ ਡਿਜੀਟਲ ਕਰੰਸੀਜ਼ ਜਿਹੜੀਆਂ ਨੇ ਬਿਟਕੋਇਨ ਵਗੈਰਾ ਵਰਗੀਆਂ ਉਹਨਾਂ ਦੀ ਕਾਫੀ ਟ੍ਰਾਂਜੈਕਸ਼ਨਸ ਹੋ ਰਹੇ ਆ, ਹਜੇ ਵੀ ਹੋ ਰਹੇ ਆ। ਹਾਲਾਂਕਿ ਇੰਡੀਆ ਨੇ ਇੰਡੀਅਨ ਰਿਜ਼ਰਵ ਬੈਂਕ ਨੇ ਓਪਨਲੀ ਉਸ ਦੇ ਖਿਲਾਫ ਸਟੈਂਡ ਲਿਆ ਹੋਇਆ ਕਿ ਉਹਨਾਂ ਨੇ ਬੈਂਕਸ ਨੂੰ ਵੀ ਕਿਹਾ ਕਿ ਤੁਸੀਂ ਇਹਦੇ ਟ੍ਰਾਂਜੈਕਸ਼ਨਸ ਨਾ ਕਰੋ। ਪਰ ਜਿਹੜੀ ਇਹ ਕਰੰਸੀ ਹੈ ਨਾ, ਕਿਉਂਕਿ ਐਂਟੀ ਮਨੀ ਲਾਂਡਰਿੰਗ ਜਾਂ ਜਿਹੜੇ ਰੈਗੂਲੇਟਰੀ ਚੀਜ਼ਾਂ ਤੋਂ ਬਾਈਪਾਸ ਕਰ ਜਾਂਦੀ ਹੈ। ਸੋ ਜਿਹੜੇ ਹੁਣ ਰੈਂਸਮਸ ਨੇ, ਕੋਈ ਹੈਕ ਹੁੰਦਾ, ਕੋਈ ਕੰਪਿਊਟਰ ਹੈਕ ਹੁੰਦਾ, ਉਹ ਸਾਰੇ ਆਹ ਡਿਜੀਟਲ ਕਰੰਸੀ ਦੇ ਵਿੱਚ ਆਪਣੇ ਮੰਗਦੇ ਪੈਸੇ। ਇੰਨੇ ਪੈਸੇ ਭੇਜ ਹਾਂਜੀ ਬਿਟਕੋਇਨ ਦੇ ਤੇ ਉਹਦਾ ਕੋਈ ਟਰੈਕਿੰਗ ਨਹੀਂ ਤੇ ਉਹਦੇ ਕੋਈ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕਿ ਹਜੇ ਤੱਕ ਤਾਂ ਸਿਸਟਮ ਹੈ ਨਹੀਂ ਗੇ ਇਨ ਪਲੇਸ। ਸਾਡੇ ਕੈਨੇਡੀਅਨ ਅਰਥਚਾਰੇ ਦੇ ਵਿੱਚ ਹੁਣ ਬਿਟਕੋਇਨਸ ਵਗੈਰਾ ਚੱਲ ਰਹੇ ਨੇ। ਹਾਂਜੀ ਥੋੜ੍ਹੇ ਆ ਪਰ ਚੱਲ ਰਹੇ ਨੇ। ਪਰ ਜਿਹੜੇ ਡਾਇਰੈਕਟ ਜਿਹੜੇ ਬਿਜ਼ਨਸ ਇਹਦੀ ਪੋਟੈਂਸ਼ੀਅਲ ਹੈਗੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆਪਾਂ ਡੇ ਟੂ ਡੇ ਟ੍ਰਾਂਜੈਕਸ਼ਨਸ ਕਰਦੇ ਹਾਂ, ਜਿਵੇਂ ਕੋਈ ਬਰਗਰ ਲੈਣਾ ਜਾਂ ਉਹਨੇ ਪੇ ਕਰਨੇ ਆ, ਕਿ ਹੋ ਸਕਣਗੇ। ਪਰ ਹਜੇ ਉਹ ਇੰਨੀ ਉਹਦੀ ਪੋਪੂਲੈਰਿਟੀ ਨਹੀਂ ਹੋਈ, ਐਸਟੈਬਲਿਸ਼ਮੈਂਟ ਨਹੀਂ ਹੋਈ। ਹੁਣ ਮੁਲਕ ਦੀ ਜਿਹੜੀ ਕਰੰਸੀ ਆ ਉਹ ਰੈਗੂਲੇਟ ਹੁੰਦੀ ਆ, ਹਾਂਜੀ ਇਹਦਾ ਕੋਈ ਰੈਗੂਲੇਟਰ ਹੈਗਾ? ਨਹੀਂ, ਇਹਦਾ ਉਹੀ ਚੀਜ਼ ਆ ਨਾ, ਉਹੀ ਚੀਜ਼ ਦਾ ਤਾਂ ਫਰਕ ਆ। ਇਹ ਰੈਗੂਲੇਸ਼ਨਸ ਦਾ ਹੀ ਸਟਰਗਲ ਆ। ਹਜੇ ਸਾਰੀਆਂ ਕੰਟਰੀਜ਼ ਇਹੀ ਟਰਾਈ ਕਰ ਰਹੀਆਂ ਨੇ ਵੀ ਅਸੀਂ ਇਸ ਨੂੰ ਕਿਵੇਂ ਕੰਟਰੋਲ ਕਿੱਦਾਂ ਕਰਾਂਗੇ, ਕਿਉਂਕਿ ਉਹਦਾ ਜਿਹੜਾ ਮੇਨ ਬੈਨੀਫਿਟ ਆ ਉਹ ਤਾਂ ਇਹੀ ਆ ਨਾ ਕਿ ਡੀਸੈਂਟਰਲਾਈਜ਼ਡ ਆ। ਅਤੇ ਫਿਰ ਜੇ ਉਹਨੂੰ ਕੰਟਰੋਲ ਕਰਦੇ ਹਾਂ ਤਾਂ ਫਿਰ ਤਾਂ ਉਹ ਡੀਸੈਂਟਰਲਾਈਜ਼ ਨਹੀਂ ਰਹੀ। ਸੋ ਸਾਰੀਆਂ ਜਿਹੜੀਆਂ ਵੱਡੀਆਂ ਐਸਟੈਬਲਿਸ਼ਡ ਕੰਟਰੀਜ਼ ਨੇ ਉਹਨਾਂ ਨੇ ਇਹਦੇ ਖਿਲਾਫ ਨਹੀਂ ਕੋਈ ਵਾਲੇ ਸਟੈਂਡ ਲਏ, ਪਰ ਉਹ ਸਿਰਫ ਇਹੀ ਆ ਕਿ ਹਜੇ ਓਪਨਲੀ ਉਹਨਾਂ ਨੇ ਇਹਨੂੰ ਪ੍ਰਵਾਨ ਵੀ ਨਹੀਂ ਕੀਤਾ। ਸੋ ਮੰਨਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ CRA ਨੇ ਵੀ ਐਕਚੁਅਲੀ ਟਰਾਈ ਕੀਤੀ ਸੀ, ਆਸਟ੍ਰੇਲੀਆ ਨੇ ਵੀ ਟਰਾਈ ਕਰ ਰਿਹਾ ਕਿ ਸ਼ਾਇਦ ਅਸੀਂ ਇਸ ਨੂੰ ਕਿਸੇ ਤਰ੍ਹਾਂ ਟੈਕਸ ਪ੍ਰੋਪਰਲੀ ਕਰਨ ਲੱਗ ਜਾਈਏ। ਪਰ ਜਿਹੜੀ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣੀ ਚਾਹੁੰਦਾ, ਜਿਹੜੀ ਤੁਸੀਂ ਇਨਵੈਸਟਮੈਂਟ ਦੀ ਗੱਲ ਕੀਤੀ ਹੈ ਨਾ, ਲੋਕੀ ਲੈਂਦੇ ਆ ਕਿ ਇਹੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਪੈਸੇ ਬਣਨਗੇ। ਜਿਹੜੇ ਉਹ ਪੈਸੇ ਬਣਦੀ ਜਿਹੜੀ ਆਪਾਂ ਕਰੰਸੀ ਨੂੰ ਕੰਪੇਅਰ ਕਰ ਰਹੇ ਹਾਂ, ਜਦੋਂ ਆਪਾਂ US ਡਾਲਰ ਲੈ ਲਿਆ ਜਾਂ ਕੈਨੇਡੀਅਨ ਡਾਲਰ ਹੋਰ ਖਰੀਦ ਲਏ ਜਾਂ ਇੰਡੀਅਨ ਰੁਪੀਜ਼ ਖਰੀਦ ਲਏ, ਆਪਾਂ ਇਸ ਲਈ ਨਹੀਂ ਖਰੀਦਦੇ ਕਿ ਉਹ ਉਹਨਾਂ ਦੀ ਪ੍ਰਾਈਸ ਉੱਤੇ ਚਲੀ ਜਾਊਗੀ। ਇਸ ਕਰਕੇ ਅਸੀਂ ਖਰੀਦਦੇ ਹਾਂ ਕਿਉਂਕਿ ਉਹ ਸਟੇਬਲ ਨੇ। ਪਰ ਜਿਹੜੀਆਂ ਕ੍ਰਿਪਟੋ ਕਰੰਸੀਜ਼ ਨੇ ਉਹ ਇਸ ਕਰਕੇ ਨਹੀਂ ਖਰੀਦਦੇ, ਉਹ ਆਪਾਂ ਐਂ ਖਰੀਦਦੇ ਹਾਂ ਕਿ ਉੱਪਰ ਚਲੀ ਜਾਊਗੀ, ਪਰ ਹੈਗੀ ਉਹ ਕਰੰਸੀ ਹੋਈ ਆ। ਸੋ ਉੱਪਰ ਤਾਂ ਉਹ ਤਾਂ ਹੀ ਜਾ ਸਕਦੀ ਹੈ ਕਿਉਂਕਿ ਉਹ ਕੋਈ ਬਿਜ਼ਨਸ ਤਾਂ ਹੈ ਨਹੀਂ ਗਾ। ਜਿੱਦਾਂ ਹੁਣ ਗੋਲਡ ਦਾ ਵੀ ਇਹੀ ਹੁੰਦਾ, ਥੱਲੇ ਵੀ ਬਹੁਤ ਆ ਗਈ ਸੀ ਉਹ। ਹਾਂਜੀ ਥੱਲੇ ਵੀ ਹੁਣ ਵੀ ਆਈ ਹੋਈ ਆ, ਕਾਫੀ ਥੱਲੇ ਆਈ ਹੋਈ ਪਿਛਲੇ ਸਾਲ ਤੋਂ। ਸੋ ਇਸ ਚੀਜ਼ ਨੂੰ ਸਮਝਣ ਦੀ ਬਹੁਤ ਲੋੜ ਆ, ਕਿਉਂਕਿ ਜਦੋਂ ਆਪਾਂ ਗੋਲਡ ਨਾਲ ਮੈਂ ਕਾਫੀ ਇਹਨੂੰ ਕੰਪੇਅਰ ਕਰਨਾ ਚਾਹੁੰਦਾ, ਕਿਉਂਕਿ ਬਹੁਤ ਲੋਕੀ ਇਹ ਸਮਝਦੇ ਨੇ ਕਿ ਇਹ ਨਵੇਂ ਜ਼ਮਾਨੇ ਦਾ ਗੋਲਡ ਆ, ਜਿਹੜੀ ਕ੍ਰਿਪਟੋ ਕਰੰਸੀ ਆ। ਪਰ ਉਸਦੇ ਬਹੁਤ ਫਰਕ ਨੇ। ਇੱਕ ਤਾਂ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ, ਗੋਲਡ ਤੁਸੀਂ ਫਿਜ਼ੀਕਲੀ ਓਨ ਕਰ ਸਕਦੇ ਹੋ, ਤੁਸੀਂ ਉਸ ਨੂੰ ਜਦੋਂ ਇੱਕ ਵਾਰੀ ਬਣ ਗਿਆ ਗੋਲਡ ਤਾਂ ਬਣ ਗਿਆ, ਤੁਹਾਡੇ ਕੋਲ ਹੈਗਾ। ਅਤੇ ਜਿਹੜਾ ਕ੍ਰਿਪਟੋ ਕਰੰਸੀਜ਼ ਨੇ, ਇਹ ਤੁਹਾਨੂੰ ਜਿਹੜੇ ਉਹ ਮਾਈਨਰਸ ਕਹਿੰਦੇ ਆ, ਜਿਹੜੇ ਕ੍ਰਿਪਟੋ ਕਰੰਸੀ ਨੂੰ ਪ੍ਰੋਡਿਊਸ ਕਰਦੇ ਆ, ਉਹਨਾਂ ਦਾ ਹੋਣਾ, ਉਹ ਨੈਟਵਰਕਸ ਦੇ ਚੱਲਣਾ, ਇਲੈਕਟ੍ਰੀਸਿਟੀ ਬਹੁਤ ਯੂਜ਼ ਹੁੰਦੀ ਆ ਕ੍ਰਿਪਟੋ ਕਰੰਸੀਜ਼ ਨੂੰ, ਕਿਉਂਕਿ ਜਿਹੜੇ ਕੰਪਿਊਟਰ ਯੂਜ਼ ਕੀਤੇ ਜਾਂਦੇ ਨੇ ਉਹ ਬਹੁਤ ਜ਼ਿਆਦਾ ਪਾਵਰਫੁਲ ਨੇ। ਮੇਰੇ ਕੋਲ ਕ੍ਰਿਪਟੋ ਕਰੰਸੀ ਦੇ ਵਿੱਚ ਮੇਰੇ ਅਕਾਊਂਟ ਦੇ ਵਿੱਚ ਲੈਟਸ ਸੇ $1,00,000 ਪਿਆ। ਹਾਂਜੀ ਅੱਜ ਜਿਵੇਂ ਰੋਜਰਸ ਦਾ ਸਾਰਾ ਕੰਪਿਊਟਰ ਸਿਸਟਮ ਖਰਾਬ ਹੋ ਗਿਆ, ਹਾਂਜੀ ਇਹੋ ਜਿਹਾ ਕੋਈ ਨੁਕਸ ਪੈ ਜਾਂਦਾ, ਮੈਨੂੰ ਪੈਸੇ ਚਾਹੀਦੇ ਆ, ਤੁਸੀਂ ਸਟਕ ਹੋ ਜਾਓਗੇ। ਜੇ ਮੇਰੇ ਕੋਲ ਕੈਸ਼ ਜੇਬ 'ਚ ਪੈਸੇ ਨੇ, ਮੈਂ ਜਦੋਂ ਹੀ ਆਪਣੇ ਟ੍ਰਾਂਜੈਕਸ਼ਨ ਕਰ ਸਕਦਾ। ਹਾਂਜੀ ਉਹ ਜ਼ਰੂਰ ਉਹ ਹੈਗਾ ਰਿਸਕ, ਪਰ ਉਹ ਰਿਸਕ ਸਿਮਿਲਰ ਹੀ ਆ ਜੇ ਬੈਂਕਸ ਦੇ ਸਿਸਟਮਸ ਨਾ ਚੱਲਣ, ਜਾਂ ਜਿੱਦੋਂ ਤੁਹਾਡੇ ਪੈਸੇ ਬੈਂਕਸ ਦੇ ਵਿੱਚ ਪੈ ਨੇ, ਬੈਂਕਸ ਦਾ ਸਿਸਟਮ ਬਲੋਕ ਹੋ ਗਿਆ, ਤਾਂ ਉਸ ਦੇ ਵਿੱਚ ਵੀ ਉਹ ਰਿਸਕ ਹੈਗਾ ਤੁਹਾਡਾ, ਐਟਲੀਸਟ ਫॉर ਅ ਸ਼ੋਰਟ ਵਾਈਲ, ਜਿੰਨਾ ਚਿਰ ਉਹ ਤੁਹਾਡਾ ਫਰੀਜ਼ ਹੋ ਸਕਦਾ। ਤੁਹਾਨੂੰ ਕਈ ਵਾਰੀ ਇੰਨਾ ਲੰਬਾ ਸਮਾਂ ਹੋ ਗਿਆ ਬੈਂਕਿੰਗ 'ਚ ਇਨਵੈਸਟਮੈਂਟ 'ਚ ਕੰਮ ਕਰਦਿਆਂ ਹੋਇਆ ਨੂੰ, ਹੈਰਾਨੀ ਨਹੀਂ ਹੁੰਦੀ ਕਿ ਤੁਸੀਂ ਇੰਨੇ ਪੈਸੇ, ਇੰਨੀ ਦੌਲਤ ਲੋਕਾਂ ਦੀ, ਬੈਂਕ ਦੀ, ਇੱਕ ਪ੍ਰਾਈਵੇਟ ਕੰਪਨੀ ਰੋਜਰ ਵਰਗੀ ਕੰਪਨੀ 'ਤੇ ਨਿਰਭਰ ਕਰ ਰਹੇ ਸਾਰਾ ਕੁਛ, ਅੱਜ ਖਰਾਬ ਹੋ ਗਈ ਉਹ। ਹਾਂਜੀ ਦੇਖੋ, ਇਹ ਤਾਂ ਹੁਣ ਸਿਸਟਮ 'ਤੇ ਡਿਪੈਂਡ ਕਰਦਾ। ਜਿੱਦਾਂ ਹੁਣ ਕੰਪੀਟੀਸ਼ਨ ਕਿੰਨਾ ਆ ਹਰੇਕ ਕੰਟਰੀ ਦੇ ਵਿੱਚ। ਆਪਣੇ ਜਿਹੜਾ ਟੈਲੀ ਕਮਿਊਨੀਕੇਸ਼ਨਸ ਦਾ ਕੰਪੈਰੇਟਿਵਨੈਸ, ਬਹੁਤ ਥੋੜ੍ਹੀਆਂ ਕੰਪਨੀਆਂ ਨੇ ਉਹ ਸਿਸਟਮਸ ਕੰਟਰੋਲ ਕੀਤੇ ਹੋਏ ਨੇ। ਸੋ ਇਸ ਕਰਕੇ ਰਿਸਕ ਹੈਗਾ ਆ, ਪਰ ਉਹਨਾਂ 'ਤੇ ਰੈਗੂਲੇਟਰਸ ਵੀ ਹੈਗੇ ਨੇ ਜਿਹੜੇ ਉਹਨਾਂ ਨੂੰ ਇਨਸ਼ੋਰ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨਾ ਆਉਣ। ਸੋ ਹੋਪਫੁਲੀ ਕਿ ਅੱਜ ਦਾ ਵੀ ਜਿਹੜਾ ਉਹ
ਥੋੜਾ ਛੋਟਾ ਹੀ ਥੋੜੇ ਟਾਈਮ ਦੀ ਪ੍ਰੋਬਲਮ ਹੋਊਗੀ। ਅੱਛਾ, ਸਾਡੇ ਭਾਈਚਾਰੇ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਸਰਵ ਕਰਦੇ ਹਾਂ ਮੇਨਲੀ ਰੀਅਲ ਸਟੇਟ ਇੱਕ ਇਹੋ ਜਿਹੀ ਇਨਵੈਸਟਮੈਂਟ ਸਮਝੀ ਜਾਂਦੀ ਜਿਹੜੀ ਸੇਫ ਵੀ ਹੈ, ਸੁਰੱਖਿਅਤ ਵੀ ਹੈ, ਟੈਂਜੀਬਲ ਆ, ਤੁਸੀਂ ਖੜ੍ਹੇ ਹੋ ਸਕਦੇ ਹੋ ਗਰਾਊਂਡ ਦੇ ਉੱਤੇ ਵੀ ਆਹ ਧਰਤੀ ਸਾਡੀ ਆ। ਹਾਂਜੀ। ਹੁਣ ਜਿਹੜੀਆਂ ਨਵੀਆਂ ਕ੍ਰਿਪਟੋ ਕਰੰਸੀ ਦੀ ਬਿਟਕੋਇਨਸ ਦੀ ਗੱਲ ਕਰਨ ਲੱਗ ਪਏ ਤੁਸੀਂ, ਸਟਾਕ ਐਂਡ ਸ਼ੇਅਰ ਮਾਰਕੀਟ ਦੇ ਵਿੱਚ ਕਿਉਂਕਿ ਮੌਜੂਦਾ ਹੁਣ ਇੰਟਰਸਟ ਰੇਟ ਵਧ ਰਹੇ ਆ ਔਰ ਇਸ ਤੋਂ ਬਿਨਾਂ ਇਨਫਲੇਸ਼ਨ ਜਿਹੜੀ ਆ ਉਹ ਬੇਕਾਬੂ ਆ, ਇਹਨਾਂ ਦਿਨਾਂ ਦੇ ਵਿੱਚ ਕਿਸ ਕਿਸਮ ਦੀ ਇਨਵੈਸਟਮੈਂਟ ਕਰਨੀ ਚਾਹੀਦੀ ਹੈ? ਹਾਂਜੀ, ਦੇਖੋ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜੇ ਬਿਜ਼ਨਸਿਸ ਆ ਨਾ ਉਹ ਸਾਈਕਲਸ ਦੇ ਵਿੱਚ ਚੱਲਦੇ ਆ। ਬਿਜ਼ਨਸਿਸ ਜਿਹੜੇ ਉਹ ਸਾਈਕਲ ਇਹ ਹੁੰਦੇ ਆ ਕਿ ਇੱਕ ਟਾਈਮ ਹੁੰਦਾ ਜਦੋਂ ਬਿਜ਼ਨਸਿਸ ਗਰੋ ਹੋ ਰਹੇ ਆ, ਸਾਰੀ ਇਕੋਨਮੀ ਗਰੋ ਹੋ ਰਹੀ ਆ, ਜਿਵੇਂ ਪਿਛਲੇ ਥੋੜ੍ਹੇ ਸਾਲਾਂ ਤੋਂ ਆਪਾਂ ਦੇਖ ਰਹੇ ਸੀਗੇ। ਅਤੇ ਜਦੋਂ ਗਰੋਥ ਇੰਨੀ ਵੱਧ ਜਾਂਦੀ ਆ ਤਾਂ ਲੋਕੀ ਸਪੈਕੂਲੇਟ ਕਰਨਾ ਸ਼ੁਰੂ ਕਰ ਦਿੰਦੇ ਨੇ, ਬੋਰੋ ਕਰਕੇ ਲੈਵਰੇਜ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਸੌਖਾ ਲੱਗਦਾ। ਪ੍ਰਾਈਸਿਸ ਵਧੀ ਜਾਂਦੀਆਂ ਨੇ, ਕੋਈ ਵੀ ਚੀਜ਼ ਹੈ, ਚਾਹੇ ਉਹ ਸਟਾਕ ਮਾਰਕੀਟ ਆ, ਚਾਹੇ ਰੀਅਲ ਸਟੇਟ ਆ, ਚਾਹੇ ਕੁਛ ਵੀ ਆ। ਜਿਹੜੇ ਐਸਟ ਪ੍ਰਾਈਸਿਸ ਨੇ, ਜਦੋਂ ਮਨੀ ਸਪਲਾਈ ਸੌਖੀ ਹੋ ਜਾਂਦੀ ਆ, ਬੈਂਕ ਆਫ ਕੈਨੇਡਾ ਚਾਹੇ ਫੈਡਰਲ ਰਿਜ਼ਰਵ ਬੈਂਕ, ਉਹਨਾਂ ਨੇ ਸੌਖੇ ਕਰਤੇ, ਇੰਟਰਸਟ ਰੇਟ ਥੱਲੇ ਲਿਆਂਦੇ ਅਤੇ ਸਿਸਟਮ ਦੇ ਵਿੱਚ ਮਨੀ ਹੋਰ ਫਲੱਡ ਕਰਤੀ, ਮਨੀ ਸਪਲਾਈ ਕਰਤੀ। ਜਿਹੜੀਆਂ ਬੈਂਕਸ ਨੇ ਉਹ ਲੋਨ ਦੇਣੇ ਸੌਖੇ ਕਰ ਦਿੰਦੀਆਂ ਨੇ। ਸੋ ਉਹਦੇ ਕਰਕੇ ਤੁਹਾਨੂੰ ਜੇ ਤੁਸੀਂ ਇਨਵੈਸਟ ਕਰਨਾ, ਹੁਣ ਤੁਹਾਡੇ ਇੰਟਰਸਟ ਰੇਟ ਜਦੋਂ ਬਹੁਤ ਲੋ ਨੇ, ਤੁਹਾਡੇ ਕੋਲ $1,00,000 ਪਿਆ, ਤੁਸੀਂ ਇਨਵੈਸਟ ਕਰਨਾ, ਤੁਹਾਨੂੰ 1% ਵੀ ਨਹੀਂ ਮਿਲਦਾ, ਤੁਸੀਂ ਕਹਿੰਦੇ ਹੋ ਫਿਰ ਆਪਾਂ ਪ੍ਰੋਪਰਟੀ ਲੈ ਲਓ ਕੋਈ। ਸੋ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ, ਉਹਦੇ ਨਾਲ ਫਿਰ ਪ੍ਰਾਈਸਿਸ ਇੰਨੀਆਂ ਵੱਧ ਜਾਂਦੀਆਂ ਨੇ ਕਿ ਫਿਰ ਜਿਹੜੇ ਸੈਂਟਰਲ ਬੈਂਕਰਸ ਨੇ ਜਾਂ ਗਵਰਨਮੈਂਟਸ ਨੇ ਉਹ ਦੂਸਰੇ ਪਾਸੇ ਹੋ ਜਾਂਦੇ, ਕਿਉਂਕਿ ਉਹ ਇਨਫਲੇਸ਼ਨ ਨਹੀਂ ਚਾਹੁੰਦੇ। ਇਨਫਲੇਸ਼ਨ ਚਾਹੁੰਦੇ ਆ ਪਰ ਮੈਨੇਜੇਬਲ ਇਨਫਲੇਸ਼ਨ ਚਾਹੁੰਦੇ ਆ, ਅਤੇ ਫਿਰ ਉਹ ਟਾਈਟਨਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਹੁਣ ਆਪਾਂ ਜਿਹੜੇ ਸਿਸਟਮ ਦੇ ਵਿੱਚ, ਹੁਣ ਆਪਾਂ ਜਿਹੜੇ ਟਾਈਮ ਦੇ ਵਿੱਚ ਗੁਜ਼ਰ ਰਹੇ ਹਾਂ, ਉਹ ਟਾਈਟਨਿੰਗ ਪ੍ਰੋਸੈਸ ਆ। ਸੋ ਇਸ ਟਾਈਮ 'ਤੇ ਪ੍ਰਾਈਸਿਸ ਦਾ ਥੱਲੇ ਆਉਣਾ ਬਣਦਾ, ਕਿਉਂਕਿ ਜੇ ਪ੍ਰਾਈਸਿਸ ਥੱਲੇ ਨਹੀਂ ਆਉਣਗੀਆਂ ਤਾਂ ਇਨਫਲੇਸ਼ਨ ਨਹੀਂ ਥੱਲੇ ਆਊਗੀ। ਇਨਫਲੇਸ਼ਨ ਥੱਲੇ ਨਹੀਂ ਆਊਗੀ ਤਾਂ ਉਹ ਇੰਟਰਸਟ ਰੇਟ ਹੋਰ ਰੇਜ਼ ਕਰੀ ਜਾਣਗੇ ਜਿੰਨਾ ਚਿਰ ਨਹੀਂ ਆਉਂਦੀ। ਸੋ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਕੋਨਮੀ ਬਿਲਕੁਲ ਕੋਲੈਪਸ ਹੋ ਜੂਗੀ, ਕਿਉਂਕਿ ਸੈਂਟਰਲ ਬੈਂਕਸ ਦੇ ਦੋ ਮੇਨ ਕੰਮ ਹੁੰਦੇ ਆ, ਮੇਨ ਜਿਹੜੇ ਉਹਨਾਂ ਦੇ ਫੰਕਸ਼ਨਸ ਹੁੰਦੇ। ਇੱਕ ਤਾਂ ਉਹਨਾਂ ਨੇ ਇਨਫਲੇਸ਼ਨ ਨੂੰ ਕੰਟਰੋਲ ਰੱਖਣਾ, ਦੂਜਾ ਉਹਨਾਂ ਨੇ ਇੰਪਲੋਇਮੈਂਟ ਨੂੰ ਕੰਟਰੋਲ ਰੱਖਣਾ। ਜੀ, ਜੇ ਇਕੋਨਮੀ ਬਹੁਤ ਜ਼ਿਆਦਾ ਥੱਲੇ ਚਲੀ ਜਾਂਦੀ ਆ, ਇੰਪਲੋਇਮੈਂਟ ਘਟਣ ਲੱਗ ਜਾਂਦੀ ਆ, ਅਨਇੰਪਲੋਇਮੈਂਟ ਵੱਧ ਜਾਂਦੀ ਆ, ਤਾਂ ਫਿਰ ਉਹ ਦੂਸਰੇ ਪਾਸੇ ਹੋ ਜਾਣਗੇ। ਸੋ ਇਹ ਸਾਈਕਲ ਚੱਲਦੇ ਰਹਿੰਦੇ ਆ। ਅੱਛਾ, ਹੁਣ ਜਿਹਨਾਂ ਲੋਕਾਂ ਨੇ ਪਿਛਲੇ ਬੂਮ ਦੇ ਵਿੱਚ ਪੈਸੇ ਬਣਾਏ ਨੇ, ਹੁਣ ਉਹ ਗਾਹਾਂ ਰੀਅਲ ਸਟੇਟ 'ਚ ਇਨਵੈਸਟ ਕਰਨ ਨੂੰ ਤਿਆਰ ਨਹੀਂ, ਕਿਉਂਕਿ ਇੰਟਰਸਟ ਰੇਟ ਵੱਧ ਗਏ ਜਾਂ ਕਈ ਹੋਰ ਕਾਰਨ ਨੇ। ਹਾਂਜੀ, ਕਿੱਥੇ ਪੈਸੇ ਲਾਉਣ? ਉਹ ਲਾਈਕ ਬਿਟਕੋਇਨ ਖਰੀਦਣ ਜਾਂ ਕਿ ਸੋਨਾ ਖਰੀਦ ਕੇ ਰੱਖ ਲੈਣ ਜਾਂ ਕੋਈ ਹੋਰ ਕਿਸੇ ਕਿਸਮ ਦੀ ਇਨਵੈਸਟਮੈਂਟ ਕਰਨ। ਕਈ ਕਹਿੰਦੇ ਐਪਲ ਦੇ ਸ਼ੇਅਰ ਖਰੀਦ ਲਓ, ਹਾਂਜੀ, ਕੋਈ ਕਹਿੰਦਾ ਸੀਗਰਮਸ ਦੇ ਸ਼ੇਅਰ ਖਰੀਦ ਲਓ। ਹਾਂਜੀ। ਲਾਈਕ ਕਿੱਥੇ ਪੈਸੇ ਲਾਉਣ? ਹੁਣ ਬੈਸਟ ਤਰੀਕਾ ਸੇਫ ਜਿਹਦੇ 'ਚ ਪੈਸੇ ਵੀ ਬਣਨ। ਦੇਖੋ, ਸੇਫ ਜਦੋਂ ਦੋ ਚੀਜ਼ਾਂ ਨੇ, ਜੇ ਤਾਂ ਤੁਸੀਂ ਸੇਫਟੀ ਚਾਹੁੰਦੇ ਹੋ ਫਿਰ ਤਾਂ ਤੁਹਾਡਾ ਕੈਸ਼ ਸੇਫ ਆ, ਤੁਹਾਡੇ ਟਰਮ ਡਿਪੋਜ਼ਿਟਸ ਲੈ ਲਓ, GICs ਲੈ ਲਓ, ਗਰੰਟੀ ਆ, ਉਹ ਸੇਫ ਨੇ। ਬੈਂਕਾਂ ਦੇ ਗਵਰਨਮੈਂਟਾਂ ਦੇ ਬੌਂਡ ਲੈ ਲਓ, ਉਹ ਸੇਫ ਨੇ। ਜੇ ਤੁਸੀਂ ਪੈਸੇ ਸੇਫਟੀ ਤੋਂ ਜ਼ਿਆਦਾ ਬਣਾਉਣੇ ਆ, ਫਿਰ ਤੁਹਾਨੂੰ ਉਹ ਫਲਕਚੁਏਸ਼ਨਸ ਦਾ ਰਿਸਕ ਲੈਣਾ ਪੈਣਾ, ਅਤੇ ਉਹ ਫਲਕਚੁਏਸ਼ਨਸ ਬਿਜ਼ਨਸ ਦੇ ਹਿਸਾਬ ਨਾਲ ਹੋਣੀ। ਹਰ ਇੱਕ ਚੀਜ਼ ਦੀ ਵੈਲਿਊ ਆ, ਇੱਕ ਰੀਅਲ ਸਟੇਟ ਦੀ ਪ੍ਰੋਪਰਟੀ ਆ, ਉਹਦੀ ਵੈਲਿਊ ਆ, ਐਪਲ ਸ਼ੇਅਰਸ ਨੇ, ਉਹਦੀ ਵੈਲਿਊ ਆ। ਉਹ ਵੈਲਿਊ ਕਿਵੇਂ ਆ? ਉਹ ਬਿਜ਼ਨਸ ਦੇ ਵਿੱਚ ਕਿੰਨਾ ਪ੍ਰੋਫਿਟ ਹੁੰਦਾ, ਉਹ ਪ੍ਰੋਪਰਟੀ ਕਿੰਨਾ ਰੈਂਟ ਦਿੰਦੀ ਆ, ਉਹਦੀ ਡਿਮਾਂਡ ਕਿੰਨੀ ਵੱਧਦੀ ਆ ਆਉਣ ਵਾਲੇ ਟਾਈਮ ਦੇ ਵਿੱਚ। ਨਾਟ ਰੀਅਲੀ ਹਰਪ, ਜੇ ਮੈਂ ਰੀਅਲੀ ਫੂਲ ਪ੍ਰੂਫ ਇਨਵੈਸਟਮੈਂਟ ਕਰਨਾ ਚਾਹੁੰਦਾ ਜਿਹੜੀ ਸਦੀਆਂ ਤੋਂ ਹੋ ਰਹੀ ਆ, ਮੈਂ ਗੋਲਡ ਸਰਟੀਫਿਕੇਟ ਖਰੀਦ ਲੂੰਗਾ। ਹਾਂਜੀ, ਹੋ ਹੀ ਜਾਣ ਜਿਹੜੀਆਂ ਮਾਰਕੀਟਸ ਜਿਹੜੀਆਂ ਇੱਧਰ ਉੱਧਰ ਹੁੰਦੀਆਂ ਫਲਕਚੁਏਟ ਕਰੀ ਜਾਣ, ਉਹ ਗੋਲਡ ਤਾਂ ਗੋਲਡ ਰਹਿਣਾ। ਹਾਂਜੀ, ਗੋਲਡ ਤਾਂ ਗੋਲਡ ਰਹਿਣਾ, ਪਰ ਹੁਣ ਗੋਲਡ ਨੇ ਵੀ ਪਿਛਲੇ ਸਾਲਾਂ ਦੇ ਵਿੱਚ ਕੋਈ ਖਾਸ ਅਪਰੀਸ਼ੀਏਸ਼ਨ ਨਹੀਂ ਹੋਈ ਪ੍ਰਾਈਸ ਦੀ। ਐਟਲੀਸਟ ਜੇ ਅਪਰੀਸੀਏਸ਼ਨ ਨਹੀਂ ਹੋਈ ਤਾਂ ਉਹ ਆਪਣੀ ਵੈਲਿਊ ਤਾਂ ਮੇਨਟੇਨ ਕਰ। ਹਾਂਜੀ, ਗੋਲਡ ਬਹੁਤ ਵਾਇਬਲ ਆਪਸ਼ਨ ਹੈਗਾ, ਅਤੇ ਤੁਸੀਂ ਜੇ ਕੈਸ਼ ਜਾਂ ਟਰਮ ਡਿਪੋਜ਼ਿਟਸ ਵੀ ਅੱਜ ਕੱਲ੍ਹ 3-4-5% ਤੱਕ ਤੁਹਾਨੂੰ ਇੰਟਰਸਟ ਮਿਲਣ ਲੱਗ ਗਏ, ਸੋ ਉਹ ਵੀ ਲੈ ਸਕਦੇ ਹੋ। ਕੋਈ ਵੀ ਉਹ ਆਪਸ਼ਨਸ ਜਿਹੜੇ ਆ ਉਹ ਸੇਫ ਆਪਸ਼ਨਸ ਆ। ਵਾਟ ਡੂ ਯੂ ਥਿੰਕ ਅਬਾਊਟ ਗੋਲਡ? ਗੋਲਡ ਇਜ਼ ਅ ਟੈਂਜੇਬਲ, ਵਧੀਆ ਇਨਵੈਸਟਮੈਂਟ ਹੈਗੀ ਆ, ਪਰ ਉਹ ਸਮਾਲ, ਮੇਰੇ ਹਿਸਾਬ ਨਾਲ ਹਰ ਇੱਕ ਬੰਦੇ ਨੂੰ, ਹਰ ਇੱਕ ਫੈਮਿਲੀ ਨੂੰ ਆਪਣੇ ਓਵਰਆਲ ਪੋਰਟਫੋਲੀਓ ਦੇ ਵਿੱਚ, ਆਪਣੀ ਨੈਟਵਰਥ ਦੇ ਵਿੱਚ ਡਿਵਰਸੀਫਾਈ ਕਰਨਾ ਚਾਹੀਦਾ। ਉਹਨਾਂ ਨੂੰ ਕੋਈ ਰੀਅਲ ਸਟੇਟ ਵੀ ਜ਼ਰੂਰੀ ਆ ਉਹਦੇ ਵਿੱਚ ਹੋਵੇ, ਅਤੇ ਉਹਦੇ ਵਿੱਚ ਕੋਈ ਬਿਜ਼ਨਸਿਸ ਜਾਂ ਉਹ ਆਪ ਓਨ ਕਰਦੇ ਆ ਜਾਂ ਉਹ ਸ਼ੇਅਰ ਮਾਰਕੀਟ ਰਾਹੀਂ, ਕਿਉਂਕਿ ਸ਼ੇਅਰ ਮਾਰਕੀਟ ਵੀ ਬਿਜ਼ਨਸ ਹੀ ਓਨ ਕਰਨਾ ਹੁੰਦਾ। ਜੇ ਤੁਸੀਂ ਐਪਲ ਦੇ ਸ਼ੇਅਰ ਲੈਂਦੇ ਹੋ ਤਾਂ ਤੁਸੀਂ ਪ੍ਰਪੋਰਸ਼ਨੇਟਲੀ ਬਹੁਤ ਸਮਾਲ ਪੋਰਸ਼ਨ ਉਸ ਐਪਲ ਬਿਜ਼ਨਸ ਦਾ ਬਾਏ ਕਰ ਰਹੇ ਹੋ,
ਕਿਉਂਕਿ ਸਟਾਕ ਪ੍ਰਾਈਸਿਸ ਥੱਲੇ ਕਿਉਂ ਜਾਂਦੀ ਆ? ਕਿਉਂਕਿ ਉਹ ਐਪਲ ਦੇ ਫੋਨ ਘੱਟ ਵਿਕਣ ਦੇ ਚਾਂਸਸ ਨੇ, ਚਿਪਸ ਨਹੀਂ ਮਿਲ ਰਹੀਆਂ, ਉਹੋ ਜਿਹੀਆਂ ਪ੍ਰੋਬਲਮ ਆਉਂਦੀਆਂ ਨੇ। ਸੋ ਜੇ ਤੁਸੀਂ ਆਪ ਉਸ ਬਿਜ਼ਨਸ ਨੂੰ ਓਨ ਕਰਦੇ ਹੋਵੇ ਤਾਂ ਵੀ ਤੁਹਾਡੇ ਵੀ ਵੈਲਿਊ ਉਸ ਦੀ ਘਟਣੀ ਸੀਗੀ। ਸੋ ਇਸ ਕਰਕੇ ਮੇਰੇ ਹਿਸਾਬ ਨਾਲ ਹਰ ਇੱਕ ਬੰਦੇ ਨੂੰ ਆਪਣੀ ਸਿਚੁਏਸ਼ਨ ਦੇ ਹਿਸਾਬ ਨਾਲ ਡਿਵਰਸੀਫਾਈ ਕਰਨਾ ਚਾਹੀਦਾ। ਕਈ ਚੀਜ਼ਾਂ 'ਚ ਇਨਵੈਸਟ ਕਰਨਾ ਚਾਹੀਦਾ। ਹਾਂਜੀ, ਥੋੜ੍ਹਾ ਬਹੁਤਾ ਗੋਲਡ ਵੀ ਪੋਰਟਫੋਲੀਓ ਦੇ ਵਿੱਚ ਹੋਣਾ ਚੰਗੀ ਗੱਲ ਹੈ, ਕੈਸ਼ ਵੀ ਹੋਣਾ ਚੰਗੀ ਗੱਲ ਹੈ। ਬਿਟਕੋਇਨ ਹਜੇ ਉਸ ਜਗ੍ਹਾ 'ਤੇ ਨਹੀਂ ਪਹੁੰਚਿਆ। ਮੈਂ ਉਸ ਦੇ ਖਿਲਾਫ ਜਾਂ ਉਸ ਦੇ ਹੱਕ ਦੇ ਵਿੱਚ ਨਹੀਂ ਹੈਗਾ ਇਸ ਟਾਈਮ 'ਤੇ, ਕਿਉਂਕਿ ਸਾਡੇ ਕੋਲ ਉਹ ਹਜੇ ਇੰਨਾ ਪੂਰਾ ਐਸਟੈਬਲਿਸ਼ ਨਹੀਂ ਹੋਇਆ। ਪਰ ਬਾਕੀ ਦੇ ਟਰਾਈਡ ਐਂਡ ਟਰੂ ਨੇ। ਹਾਂਜੀ, ਜਿਵੇਂ ਤੁਸੀਂ ਐਪਲ ਦੀ ਗੱਲ ਕਰਦੇ ਹੋ ਜਾਂ ਤੁਸੀਂ ਕਿਸੇ ਹੋਰ ਸ਼ੇਅਰ ਨੇ ਜਿਹੜੇ ਕਿਸੇ ਕਮੋਡਿਟੀ ਦੇ ਜਿਹੜੇ ਕਈ ਸ਼ਰਾਬ ਦੀਆਂ ਕੰਪਨੀਆਂ ਨੇ ਇਹੋ ਜਿਹੀਆਂ ਜਿਨ੍ਹਾਂ ਦੇ ਸ਼ੇਅਰ ਕਾਫੀ ਦੇਰ ਤੋਂ ਤੁਸੀਂ ਟਰਾਈ ਕਰਕੇ ਦੇਖ ਰਹੇ ਹੋ, ਜਾਂ ਗੋਲਡ ਆ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹ ਤਾਂ ਸੁਰੱਖਿਅਤ ਨੇ ਇਨਵੈਸਟਮੈਂਟਸ। ਹਾਂਜੀ, ਦੇਖੋ ਸੁਰੱਖਿਅਤ ਓਨੀਆਂ ਹੀ ਨੇ ਜਿੰਨਾ ਉਹ ਬਿਜ਼ਨਸ ਸੁਰੱਖਿਅਤ ਆ। ਜੇ ਤੁਸੀਂ ਕੋਈ ਬਿਜ਼ਨਸ ਬਾਏ ਕਰਦੇ ਹੋ, ਜੇ ਤੁਸੀਂ ਕੋਈ ਰੈਸਟੋਰੈਂਟ ਬਾਏ ਕਰਦੇ ਹੋ, ਤੁਸੀਂ ਮੈਕਡੋਨਲਡਸ ਦੇ ਸ਼ੇਅਰ ਦੇਖ ਲਓ। ਹੁਣ ਤੁਸੀਂ ਜੇ ਮੈਕਡੋਨਲਡ ਦੇ ਸ਼ੇਅਰ ਲੈਂਦੇ ਹੋ ਤਾਂ ਉਹ ਮੈਕਡੋਨਲਡ ਦੀ ਜਿਹੜੀ ਫਰੈਂਚਾਈਜ਼ ਆ ਓਵਰਆਲ ਉਸ ਬਿਜ਼ਨਸ ਦਾ ਤੁਸੀਂ ਹਿੱਸਾ ਬਣ ਰਹੇ ਹੋ। ਉਹ ਬਿਜ਼ਨਸ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ 5 ਸਾਲਾਂ 'ਚ 10 ਸਾਲਾਂ 'ਚ ਕੀ ਕਰੂਗਾ? ਸੁਰੱਖਿਅਤ ਹੈਗਾ ਕਿ ਨਹੀਂ ਹੈਗਾ, ਜਾਂ ਪ੍ਰੋਫਿਟੇਬਲ ਹੋਊਗਾ ਜਾਂ ਨਹੀਂ ਹੋਊਗਾ? ਉਸ ਦੇ ਨਾਲ ਹੀ ਤੁਹਾਡੀ ਜਿਹੜੀ ਵੈਲਿਊ ਆ ਉਹ ਵਧਣੀ ਘਟਣੀ ਆ। ਪਰ ਆਮ ਤੌਰ 'ਤੇ ਲੋਕੀ ਕੀ ਕਰਦੇ, ਉਹ ਇਹ ਨਹੀਂ ਦੇਖਦੇ ਕਿ ਕਿਹੜੇ ਬਿਜ਼ਨਸ ਦੇ ਵਿੱਚ ਕੀਤਾ ਹੋਇਆ, ਜਾਂ ਉਹ ਕੌਨਸੈਪਟ ਨੂੰ ਉਸਨੂੰ ਨਹੀਂ ਸਮਝਦੇ। ਇਹੀ ਦੇਖਦੇ ਵੀ ਪ੍ਰਾਈਸ ਅੱਜ ਵਧੀ ਆ ਕਿ ਘਟੀ ਆ। ਜਿਵੇਂ ਤੁਸੀਂ ਕਿਹਾ ਸੀ, ਸਵੇਰੇ ਉੱਠ ਕੇ ਕਦੇ ਖੁਸ਼ ਹੋ ਜਾਂਦੇ ਆ, ਕਦੇ ਅਪਸੈਟ ਹੋ ਜਾਂਦੇ ਆ, ਅਤੇ ਉਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ। ਜੇ ਤੁਹਾਨੂੰ ਕੰਸਲਟ ਕਰਨਾ ਹੋਵੇ ਕਿੱਥੇ ਕੀਤਾ ਜਾ ਸਕਦਾ? ਕੋਈ ਟੈਲੀਫੋਨ ਨੰਬਰ ਜਾਂ ਕੋਈ ਈਮੇਲ ਵਗੈਰਾ ਹੈ ਤੁਹਾਡੀ? ਹਾਂਜੀ, ਮੇਰੀ ਈਮੇਲ ਹੈਗੀ ਆ harp.dillon@rbc.com। harp harp.dillon@rbc.com। ਜਾਂ ਮੇਰਾ ਟੈਲੀਫੋਨ ਨੰਬਰ ਹੈਗਾ 604-535-3831। ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਇਹਨਾਂ ਤੋਂ ਇਨਵੈਸਟਮੈਂਟ ਦੇ ਬਾਰੇ 'ਚ? ਇਹ ਐਕਸਪਰਟ ਨੇ ਹਾਰਪ ਢਿੱਲੋਂ। 604-535-3831 604-535-3831 3831 ਪੰਜਾਬੀ 'ਚ, ਉਰਦੂ 'ਚ, ਜਾਂ ਤੁਸੀਂ ਅੰਗਰੇਜ਼ੀ 'ਚ ਗੱਲਬਾਤ ਕਰਨੀ ਇਹਨਾਂ ਨਾਲ, ਤੁਸੀਂ ਇਹਨਾਂ ਨੂੰ ਸਵਾਲ ਪੁੱਛ ਸਕਦੇ ਹੋ। ਹਾਰਪ ਢਿੱਲੋਂ ਜੀ, ਬਹੁਤ ਬਹੁਤ ਮਿਹਰਬਾਨੀ। ਹਾਂਜੀ, ਥੈਂਕ ਯੂ ਵੈਰੀ ਮਚ। ਸ਼ੁਕਰੀਆ।